ਮੇਰਾ ਪਟਿਆਲੇ ਦੇ ਨਾਲ ਲੱਗਦੇ ਪਿੰਡ ਵਿੱਚ ਵਿਆਹ ਹੋਇਆ ਸੀ। ਮੇਰਾ ਘਰ ਵਾਲਾ ਮਾਪਿਆਂ ਦਾ ਇਕੱਲਾ ਪੁੱਤ ਸੀ ਤੇ ਉਹਨਾਂ ਦੀਆਂ 2 ਭੈਣਾਂ ਸਨ। ਉਹ ਵੀ ਪਟਿਆਲੇ ਦੇ ਨਾਲ ਹੀ ਲੱਗਦੇ ਪਿੰਡਾਂ ਵਿੱਚ ਵਿਆਹੀਆਂ ਹੋਈਆਂ ਸਨ। ਅਸੀਂ ਸਾਰਾ ਪਰਿਵਾਰ ਬਹੁਤ ਵਧੀਆ ਤੇ ਖੁਸ਼ ਰਹਿੰਦਾ ਸੀ। ਮੇਰੇ ਵਿਆਹ ਨੂੰ 2 ਸਾਲ ਹੋ ਗਏ ਤੇ ਕੋਈ ਔਲਾਦ ਨਾ ਹੋਈ। ਪਹਿਲੇ 2 ਸਾਲ ਤਾਂ ਵਧੀਆ ਲੰਘੇ ਕਿ ਚਲੋ ਕੋਈ ਗੱਲ ਨਹੀਂ, ਪਰਮਾਤਮਾ ਆਪੇ ਸੁਣੇਗਾ। ਮੈਂ ਵੀ ਇਹੀ ਸੋਚਦੀ ਰਹਿਣਾ ਕਿ ਵਿਆਹ ਨੂੰ 2 ਸਾਲ ਹੋ ਗਏ ਨੇ ਤੇ ਪਰਮਾਤਮਾ ਨੇ ਕੋਈ ਕਿਰਪਾ ਨਹੀਂ ਕੀਤੀ। 2 ਸਾਲ ਤੋਂ ਬਾਅਦ ਰਿਸ਼ਤੇਦਾਰਾਂ ਨੇ ਵੀ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਰਾਣੋ ਕੋਲ ਔਲਾਦ ਕਿਉਂ ਨਹੀਂ ਹੈ। ਤਾਂ ਮੇਰੀ ਸੱਸ ਵੀ ਹੱਸ ਕੇ ਕਹਿ ਦਿੰਦੀ ਕਿ ਕੋਈ ਗੱਲ ਨਹੀਂ, ਕਿਹੜਾ ਇੰਨਾ ਟਾਈਮ ਹੋਇਆ ਹੈ ਵਿਆਹ ਨੂੰ, 2 ਕੁ ਸਾਲ ਤਾਂ ਹੋਏ ਨੇ। ਮੈਂ ਵੀ ਹੱਸ ਕੇ ਕਹਿ ਦੇਣਾ ਕਿ ਕੀ ਕਰ ਸਕਦੇ ਹਾਂ, ਦੇਣਾ ਤਾਂ ਉਸ ਪਰਮਾਤਮਾ ਦੇ ਹੱਥ ਹੈ। ਜਦੋਂ 2 ਸਾਲ ਤੋਂ ਜ਼ਿਆਦਾ ਟਾਈਮ ਹੋਇਆ ਤਾਂ ਮੈਂ ਵੀ ਟੈਨਸ਼ਨ ਵਿੱਚ ਆ ਗਈ। ਮੈਂ ਵੀ ਕਿਸੇ ਵਧੀਆ ਹੌਸਪੀਟਲ ਤੋਂ ਇਲਾਜ ਕਰਵਾਇਆ ਤੇ ਮੇਰੀ ਪਰਮਾਤਮਾ ਨੇ ਸੁਣ ਲਈ। ਮੈਂ ਪ੍ਰੈਗਨੈਂਟ ਹੋ ਗਈ। ਮੈਂ ਬਹੁਤ ਖੁਸ਼ ਸੀ। ਜਦੋਂ ਮੈਂ ਪਹਿਲੀ ਵਾਰ ਪ੍ਰੈਗਨੈਂਟ ਹੋਈ ਤਾਂ ਮੇਰੀ ਸੱਸ ਤੇ ਸਹੁਰਾ ਕਹਿਣ ਲੱਗੇ ਕਿ ਮੁੰਡਾ ਹੋਵੇ ਜਾਂ ਕੁੜੀ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਸਾਡੇ ਵਾਸਤੇ ਮੁੰਡਾ ਹੀ ਹੈ। ਮਸਾਂ ਤਾਂ ਰੱਬ ਨੇ ਕੁੱਖ ਨੂੰ ਹਰਾ ਕੀਤਾ ਹੈ। ਤੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਪਾਗਲ ਹੋ ਗਈ ਸੀ। ਸੱਸ ਨੇ ਕਿਹਾ, 9 ਮਹੀਨੇ ਬਾਅਦ ਮੈਂ ਇੱਕ ਬਹੁਤ ਪਿਆਰੀ ਬੱਚੀ ਨੂੰ ਜਨਮ ਦਿੱਤਾ। ਸਾਰੇ ਬਹੁਤ ਖੁਸ਼ ਸੀ ਕਿ ਸਾਡੇ ਵਾਸਤੇ ਮੁੰਡਾ ਹੀ ਹੈ। ਸਭ ਨੇ ਬਹੁਤ ਖੁਸ਼ੀ ਕੀਤੀ ਤੇ ਬੇਟੀ ਦੇ ਪਹਿਲੇ ਜਨਮ ਦਿਨ ਤੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ ਤੇ ਸਾਰੇ ਰਿਸ਼ਤੇਦਾਰ ਵੀ ਬੁਲਾਏ। ਵੱਡੀ ਬੇਟੀ 2 ਸਾਲ ਦੀ ਹੋਈ ਤਾਂ ਇੱਕ ਬੇਟੀ ਹੋਰ ਪੈਦਾ ਹੋਈ। ਸਾਡੇ ਘਰ ਦੇ ਖੁਸ਼ ਸੀ ਪਰ ਬਹੁਤ ਜ਼ਿਆਦਾ ਖੁਸ਼ ਨਹੀਂ ਸੀ। ਫਿਰ ਲੋਕਾਂ ਦੇ ਫੋਨ ਆਣੇ ਸ਼ੁਰੂ ਹੋ ਗਏ, ਨੂੰਹ ਕੋਲ 2 ਕੁੜੀਆਂ ਹੋ ਗਈਆਂ ਨੇ, ਚੱਲ ਰੱਬ ਇੱਕ ਮੁੰਡਾ ਹੀ ਦੇ ਦਿੰਦਾ। ਮੇਰੀ ਸੱਸ ਤੇ ਸਹੁਰੇ ਦਾ ਸੁਭਾਅ ਬਹੁਤ ਹੀ ਨਿੱਘਾ ਸੀ। ਉਹ ਹੱਸ ਕੇ ਕਹਿ ਦਿੰਦੇ ਕਿ ਚੱਲ ਕੋਈ ਨਾ, ਮੁੰਡਾ ਵੀ ਹੋ ਜਾਊਗਾ, ਘਰ ਵਿੱਚ ਰੌਣਕ ਤਾਂ ਹੈ। ਜਿਨ੍ਹਾਂ ਕੋਲ ਇਹ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ। ਮੈਨੂੰ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਹੌਸਲਾ ਜਿਹਾ ਹੁੰਦਾ। ਸਮਾਂ ਬੀਤਦਾ ਗਿਆ। ਮੇਰੀਆਂ ਦੋਨੋਂ ਬੇਟੀਆਂ ਸਕੂਲ ਜਾਣ ਲੱਗ ਗਈਆਂ ਤੇ ਮੇਰੀ ਸੱਸ ਦੇ ਜ਼ੋਰ ਪਾਉਣ ਤੇ ਇੱਕ ਹੋਰ ਬੱਚਾ ਦੇਖਣ ਨੂੰ ਕਿਹਾ। ਸੱਸ ਕਹਿੰਦੀ ਕਿ ਪੁੱਤ, ਘਰ ਵਿੱਚ ਪੁੱਤਰ ਦਾ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤਾਂ ਚਾਹੁੰਦੀ ਸੀ ਕਿ ਮੈਂ ਆਪਣੀ ਧੀਆਂ ਨੂੰ ਵਧੀਆ ਪੜ੍ਹਾਵਾਂ ਲਿਖਾਵਾਂ, ਪਰ ਨਹੀਂ, ਮੇਰੇ ਘਰ ਵਾਲਾ ਤੇ ਸੱਸ ਦੇ ਕਹਿਣ ਤੇ ਮੈਂ ਇੱਕ ਵਾਰ ਹੋਰ ਦੇਖਣਾ ਚਾਹਿਆ ਕਿ ਸ਼ਾਇਦ 2 ਧੀਆਂ ਦਾ ਇੱਕ ਵੀਰ ਵੀ ਆ ਜਾਏ। ਜਦੋਂ ਮੈਂ ਤੀਜੀ ਵਾਰ ਪ੍ਰੈਗਨੈਂਟ ਹੋਈ ਤਾਂ ਮੇਰੀ ਸੱਸ ਇੱਕ ਡਾਕਟਰ ਦੇ ਕੋਲ ਗਈ ਤੇ ਡਾਕਟਰ ਨੂੰ ਕਿਹਾ, ਡਾਕਟਰ ਸਾਹਿਬ, ਮੇਰੀ ਨੂੰਹ ਨੂੰ ਕੋਈ ਅਜਿਹੀ ਦਵਾਈ ਦਿਓ ਕਿ ਇਸ ਵਾਰ ਮੁੰਡਾ ਹੀ ਪੈਦਾ ਹੋਵੇ। ਉਸ ਦੀਆਂ ਪਹਿਲਾਂ ਹੀ 2 ਧੀਆਂ ਹਨ, ਹੁਣ ਇੱਕ ਪੁੱਤਰ ਹੋਣਾ ਚਾਹੀਦਾ ਹੈ। ਡਾਕਟਰ ਨੇ ਜਵਾਬ ਦਿੱਤਾ ਕਿ ਮਾਤਾ, ਮੈਡੀਕਲ ਸਾਇੰਸ ਵਿੱਚ ਅਜੇ ਤੱਕ ਅਜਿਹੀ ਕੋਈ ਦਵਾਈ ਨਹੀਂ ਹੈ। ਸੱਸ ਨੇ ਫਿਰ ਕਿਹਾ, ਕਿਸੇ ਹੋਰ ਡਾਕਟਰ ਬਾਰੇ ਦੱਸ ਦਿਓ ਜੋ ਮੁੰਡੇ ਦੀ ਦਵਾਈ ਦੇ ਦੇਵੇ। ਡਾਕਟਰ ਨੇ ਕਿਹਾ, ਮਾਤਾ, ਸ਼ਾਇਦ ਮੇਰੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ। ਮੇਰੇ ਕਹਿਣ ਦਾ ਮਤਲਬ ਹੈ ਕਿ ਮੈਨੂੰ ਦਵਾਈ ਦਾ ਨਾਂ ਨਹੀਂ ਪਤਾ। ਮੈਂ ਤਾਂ ਕਹਿ ਰਿਹਾ ਹਾਂ ਕਿ ਮੈਡੀਕਲ ਸਾਇੰਸ ਵਿੱਚ ਅਜਿਹੀ ਕੋਈ ਦਵਾਈ ਨਹੀਂ ਹੈ। ਮਤਲਬ ਕਿ ਮਾਤਾ, ਦੁਨੀਆ ਤੇ ਐਸੀ ਕੋਈ ਦਵਾਈ ਨਹੀਂ ਹੈ ਜੋ ਕੁੜੀ ਤੋਂ ਮੁੰਡਾ ਬਣਾ ਦੇਵੇ। ਉਸਦਾ ਸਹੁਰਾ ਵੀ ਨਾਲ ਹੀ ਸੀ ਤੇ ਕਹਿਣ ਲੱਗੇ, ਸਾਰੇ ਡਾਕਟਰ ਨੇ ਸਹੁਰੇ ਨੂੰ ਟੋਕਦੇ ਹੋਏ ਕਿਹਾ, ਉਹ ਕੋਈ ਨਕਲੀ ਡਾਕਟਰ ਹੀ ਹੋਣਾ ਹੈ। ਇਹੋ ਜਿਹੇ ਦਾਅਵੇ ਨਕਲੀ ਡਾਕਟਰ ਹੀ ਕਰਦੇ ਹਨ। ਪਖੰਡੀ ਬਾਬੇ ਤੇ ਨਕਲੀ ਹਕੀਮ ਹੀ ਕਰਦੇ ਹਨ। ਇਹ ਧੋਖੇਬਾਜ਼ ਹੁੰਦੇ ਨੇ ਮਾਤਾ। ਜੇ ਮੁੰਡਾ ਹੋ ਜਾਵੇ ਤੇ ਕਹਿੰਦੇ ਨੇ ਦਵਾਈ ਅਸਰ ਕਰ ਗਈ, ਤੇ ਜੇ ਨਾ ਕਰੇ ਤਾਂ ਕਹਿੰਦੇ ਨੇ ਚੰਗੀ ਤਰ੍ਹਾਂ ਖਾਧੀ ਨਹੀਂ ਹੋਣੀ। ਇਹ ਸੁਣ ਕੇ ਰਾਣੋ ਦਾ ਪਤੀ ਵੀ ਉੱਥੇ ਆ ਗਿਆ ਤੇ ਬੋਲਿਆ, ਹਾਂ, ਹੁਣ ਤਾਂ ਸਾਡੀ ਪੀੜ੍ਹੀ ਅੱਗੇ ਨਹੀਂ ਵਧੇਗੀ। ਡਾਕਟਰ ਨੇ ਹੈਰਾਨ ਹੋ ਕੇ ਪੁੱਛਿਆ, ਇਹ ਪੀੜ੍ਹੀ ਅੱਗੇ ਵਧਾਉਣਾ ਕੀ ਹੁੰਦਾ ਹੈ? ਆਪਣੇ ਜਿਨ੍ਹਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਹੀ ਪੀੜ੍ਹੀ ਅੱਗੇ ਵਧਾਉਣਾ ਹੁੰਦਾ ਹੈ ਨਾ? ਤਾਂ ਤੁਹਾਡੀਆਂ ਧੀਆਂ ਵੀ ਇਹ ਕੰਮ ਕਰ ਸਕਦੀਆਂ ਨੇ। ਪੁੱਤਰ ਦੀ ਕੀ ਲੋੜ ਹੈ? ਤੁਸੀਂ ਇੱਕ ਸਧਾਰਨ ਆਦਮੀ ਹੋ। ਤੁਹਾਡੀ ਪੀੜ੍ਹੀ ਵਿੱਚ ਅਜਿਹਾ ਕੀ ਖਾਸ ਹੈ ਜੋ ਪੁੱਤਰ ਹੋਣ ਦੇ ਨਾਲ ਹੀ ਅੱਗੇ ਵਧੇਗੀ? ਸਹੁਰੇ ਨੇ ਕਿਹਾ, ਮੈਂ ਸਮਝਿਆ ਨਹੀਂ। ਡਾਕਟਰ ਨੇ ਕਿਹਾ,
ਸ਼ਾਹੀਵਾਲ ਵੱਧ ਦੁੱਧ ਦੇਣ ਵਾਲੀਆਂ ਗਾਵਾਂ ਦੀ ਖਾਸ ਨਸਲ ਹੈ। ਮੰਨ ਲਵੋ ਕਿ ਇਸ ਨਸਲ ਦਾ ਸਿਰਫ ਇੱਕ ਹੀ ਝੁੰਡ ਬਚਦਾ ਹੈ। ਇਸ ਗੱਲ ਦੀ ਚਿੰਤਾ ਹੋਣੀ ਚਾਹੀਦੀ ਹੈ ਕਿ ਜੇਕਰ ਨਸਲ ਜਾਰੀ ਨਾ ਰੱਖੀ ਤਾਂ ਵੱਧ ਦੁੱਧ ਦੇਣ ਵਾਲੀਆਂ ਗਾਵਾਂ ਖਤਮ ਹੋ ਜਾਣਗੀਆਂ। ਇਸ ਤਰ੍ਹਾਂ ਤੋਤਿਆਂ ਵਿੱਚ ਇੱਕ ਵਿਸ਼ੇਸ਼ ਪ੍ਰਜਾਤੀ ਦੇ ਤੋਤੇ ਹੁੰਦੇ ਹਨ ਜੋ ਗੱਲਾਂ ਕਰਦੇ ਹਨ। ਮੰਨ ਲਵੋ ਇਸ ਪ੍ਰਜਾਤੀ ਦਾ ਇੱਕ ਹੀ ਤੋਤਾ ਬਚਦਾ ਹੈ ਤਾਂ ਚਿੰਤਾ ਹੋਣੀ ਚਾਹੀਦੀ ਹੈ ਕਿ ਜੇਕਰ ਇਹ ਵੀ ਮਰ ਗਿਆ ਤਾਂ ਪ੍ਰਜਾਤੀ ਖਤਮ ਹੋ ਜਾਏਗੀ। ਤੁਸੀਂ ਹੋਰ ਲੋਕਾਂ ਵਾਂਗ ਇੱਕ ਆਮ ਇਨਸਾਨ ਹੋ ਤਾਂ ਤੁਹਾਡੇ ਵਿੱਚ ਕਿਹੜੀ ਖਾਸੀਅਤ ਹੈ ਕਿ ਤੁਸੀਂ ਇੰਨੇ ਚਿੰਤਤ ਹੋ ਕਿ ਜੇਕਰ ਤੁਹਾਡੀ ਪੀੜ੍ਹੀ ਅੱਗੇ ਨਾ ਵਧੀ ਤਾਂ ਕੋਈ ਨੁਕਸਾਨ ਵੱਡਾ ਹੋ ਜਾਵੇਗਾ। ਇਹ ਸੁਣ ਕੇ ਸਹੁਰੇ ਨੇ ਕਿਹਾ ਕਿ ਡਾਕਟਰ ਸਾਹਿਬ, ਨਾਮ ਲੈਣ ਵਾਲਾ ਵੀ ਤਾਂ ਕੋਈ ਹੋਣਾ ਚਾਹੀਦਾ ਹੈ। ਡਾਕਟਰ ਨੇ ਸਹੁਰੇ ਨੂੰ ਪੁੱਛਿਆ ਕਿ ਤੁਸੀਂ ਆਪਣੇ ਪੜਦਾਦਾ, ਉਹਨਾਂ ਦੇ ਪਿਤਾ ਅਤੇ ਦਾਦੀ ਦਾ ਨਾਮ, ਪੜਦਾਦੀ ਦਾ ਨਾਮ ਜਾਣਦੇ ਹੋ? ਸਹੁਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਡਾਕਟਰ ਨੇ ਕਿਹਾ, ਮੈਂ ਜਾਣਦਾ ਹਾਂ ਕਿ ਤੁਸੀਂ ਆਪਦੇ ਪੜਦਾਦੇ, ਉਸਦੇ ਪਿਤਾ ਅਤੇ ਦਾਦਾ ਜੀ ਦਾ ਨਾਮ ਨਹੀਂ ਜਾਣਦੇ। ਇਸ ਤਰ੍ਹਾਂ ਤੁਹਾਨੂੰ ਚਿੰਤਾ ਹੁੰਦੀ ਹੈ ਕਿ ਕੋਈ ਨਾਮ ਲੈਣ ਵਾਲਾ ਨਹੀਂ ਹੋਵੇਗਾ। ਉਸੇ ਤਰ੍ਹਾਂ ਤੁਹਾਡੇ ਪੜਦਾਦਾ ਜੀ ਨੂੰ ਵੀ ਇਹੀ ਚਿੰਤਾ ਹੋਣੀ ਸੀ, ਫਿਰ ਵੀ ਤੁਸੀਂ ਆਪਣੇ ਪੜਦਾਦਾ ਜੀ ਦਾ ਨਾਮ ਨਹੀਂ ਜਾਣਦੇ ਹੋ। ਇਸੇ ਤਰ੍ਹਾਂ ਜਦੋਂ ਤੁਸੀਂ ਮਰੋਗੇ ਤਾਂ ਕੋਈ ਤੁਹਾਡਾ ਨਾਮ ਲਵੇਗਾ ਜਾਂ ਨਹੀਂ, ਤੁਹਾਨੂੰ ਕੀ ਫਰਕ ਪਵੇਗਾ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਰਨ ਤੋਂ ਬਾਅਦ ਕੋਈ ਤੁਹਾਨੂੰ ਯਾਦ ਰੱਖੇ ਤਾਂ ਤੁਹਾਨੂੰ ਅਜਿਹਾ ਕੰਮ ਕਰਨਾ ਚਾਹੀਦਾ ਹੈ ਕਿ ਲੋਕ ਤੁਹਾਨੂੰ ਮਰਨ ਤੋਂ ਬਾਅਦ ਵੀ ਯਾਦ ਰੱਖਣ। ਕੋਈ ਚੰਗਾ ਕੰਮ ਕਰੋ, ਸਮਾਜ ਦੀ ਭਲਾਈ ਲਈ ਕੰਮ ਕਰੋ। ਤੁਸੀਂ ਇਸ ਗੱਲ 'ਤੇ ਨਿਰਭਰ ਕਿਉਂ ਕਰਦੇ ਹੋ? ਜੇ ਕੋਈ ਤੁਹਾਡਾ ਪੋਤਾ ਹੈ ਤਾਂ ਹੀ ਤੁਹਾਡੀ ਮੌਤ ਤੋਂ ਬਾਅਦ ਤੁਹਾਡਾ ਨਾਮ ਲਿਆ ਜਾਏਗਾ ਜਾਂ ਤੁਹਾਡੀ ਪੀੜ੍ਹੀ ਅੱਗੇ ਵਧੇਗੀ। ਜੋ ਕੰਮ ਪੁੱਤਰ ਕਰ ਸਕਦਾ ਹੈ ਉਹ ਧੀਆਂ ਵੀ ਕਰ ਸਕਦੀਆਂ ਹਨ। ਅੱਜ ਬਹੁਤ ਸਾਰੇ ਪਿਤਾ ਅਜਿਹੇ ਹਨ ਜਿਨ੍ਹਾਂ ਦੀ ਪਛਾਣ ਉਸ ਦੀਆਂ ਧੀਆਂ ਕਰਕੇ ਹੈ ਅਤੇ ਕਿੰਨੀਆਂ ਹੀ ਧੀਆਂ ਨੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਇਸ ਲਈ ਪੁੱਤਰ ਅਤੇ ਧੀ ਵਿੱਚ ਫਰਕ ਤੁਸੀਂ ਲੋਕਾਂ ਨੇ ਹੀ ਪਾਇਆ ਹੈ। ਇਹ ਫਰਕ ਕਰਨਾ ਬੰਦ ਕਰੋ। ਜੇਕਰ ਤੁਸੀਂ ਇੱਕ ਪੁੱਤਰ ਨੂੰ ਪੜ੍ਹਾਓਗੇ, ਇੱਕ ਪੁੱਤਰ ਹੀ ਪੜ੍ਹੇਗਾ, ਪਰ ਜੇਕਰ ਤੁਸੀਂ ਇੱਕ ਧੀ ਨੂੰ ਪੜ੍ਹਾਓਗੇ ਤਾਂ ਪੂਰਾ ਪਰਿਵਾਰ ਪੜ੍ਹਿਆ ਲਿਖਿਆ ਹੋਵੇਗਾ। ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ। ਡਾਕਟਰ ਦੀ ਗੱਲ ਸੁਣ ਕੇ ਰਾਣੋ ਦੀ ਸੱਸ ਤੇ ਸਹੁਰਾ ਅੱਜ ਵੀ ਸਮਾਜ ਵਿੱਚ ਕਈ ਛੋਟੀਆਂ ਸੋਚਾਂ ਵਾਲੇ ਲੋਕ ਹਨ ਜੋ ਪੁੱਤਰ ਤੇ ਧੀ ਵਿੱਚ ਫਰਕ ਕਰਦੇ ਹਨ ਅਤੇ ਜੋ ਧੀਆਂ ਦੇ ਮਾਪਿਆਂ ਨੂੰ ਕਹਿੰਦੇ ਹਨ ਕਿ ਤੁਹਾਡੇ ਕੋਲ ਪੁੱਤਰ ਨਹੀਂ ਹੈ ਤੇ ਇਹ ਦਰਸਾਉਂਦੇ ਹਨ ਕਿ ਪੁੱਤਰ ਨਾ ਹੋਣਾ ਇੱਕ ਗੁਨਾਹ ਹੈ। ਬਹੁਤ ਸਾਰੇ ਪੁੱਤਰਾਂ ਵਾਲੀਆਂ ਨੂੰਹਾਂ ਨੂੰ ਜ਼ਿਆਦਾ ਇੱਜ਼ਤ ਦਿੰਦੇ ਹਨ ਤੇ ਧੀ ਵਾਲੀ ਨੂੰ ਐਵੇਂ ਹੀ ਸਮਝਦੇ ਹਨ ਜਿਵੇਂ ਉਸਨੇ ਕੋਈ ਵੱਡਾ ਪਾਪ ਕੀਤਾ ਹੋਵੇ। ਸਮਾਜ ਦੀ ਛੋਟੀ ਸੋਚ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਧੀ ਪੁੱਤ ਹੋਣਾ ਉਸ ਪਰਮਾਤਮਾ ਦੇ ਹੱਥ ਵੱਸ ਹੈ, ਨਾ ਕਿ ਡਾਕਟਰ, ਹਕੀਮ ਤੇ ਢੋਂਗੀ ਬਾਬਿਆਂ ਕੋਲ ਹੈ। ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ। ਧੰਨਵਾਦ।